2019 ਦੇ ਦੁਸਹਿਰੇ ਦੀ ਰਾਤ ਤੇ ਮਿਲੀ ਸੀ ਰੰਧੀਰਗੜ੍ਹ ਦੇ ਦਇਆ ਸਿੰਘ ਦੀ ਲੁਧਿਆਣਾ 'ਚ ਲਾਸ਼। ਪਰਿਵਾਰ ਕਹਿ ਰਿਹਾ ਹੈ ਪੁੱਤ ਦਾ ਹੋਇਆ ਕਤਲ, ਪਰ ਅੱਜ ਤੱਕ ਪੁਲਿਸ ਨੇ ਪਰਚਾ ਤੱਕ ਨਹੀਂ ਕੀਤਾ ਦਰਜ। ਲੁਧਿਆਣਾ ਕਮਿਸ਼ਨਰ ਨੇ ਇਸ ਮਾਮਲੇ 'ਚ SIT ਵੀ ਬਣਾਈ, ਪਰ ਕਈ ਮਹੀਨਿਆਂ ਬਾਅਦ ਵੀ ਅੱਜ ਤੱਕ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ। ਪਰਿਵਾਰ ਇਸ ਉਡੀਕ 'ਚ ਕਿ ਘੱਟੋ ਘੱਟ ਇਹ ਤਾਂ ਦੱਸ ਦਿਓ ਕਿ ਪੁੱਤ ਦੀ ਜਾਨ ਕਿਵੇਂ ਗਈ। पैर मुड़े होए, खून दे निशान, बनैन बाहर आई हुई, कपड़े पुट्ठे पाए हुए ते स्कूटी ते पई है लाश। की ये नैचुरल मौत हो सकती है? जे नहीं तो फिर पुलिस क्यों नहीं कर रही कातलां दी तलाश? ਉਹਨੇ ਮੇਰੇ ਹੱਥ ਫੜ ਲਏ, ਮੇਰੇ ਪੈਰ ਫੜ ਲਏ। ਮਾਤਾ ਇਹਨੂੰ ਕੁਦਰਤੀ ਅਟੈਕ ਹੋ ਗਿਆ, ਇਹਨੂੰ ਕੁਛ ਨਹੀਂ ਹੋਇਆ, ਇਹਨੂੰ ਕਿਸੇ ਨੇ ਨਹੀਂ ਮਾਰਿਆ। ਮੈਂ ਕਿਹਾ ਕੁਦਰਤੀ ਅਟੈਕ ਹੁੰਦਾ ਤਾਂ ਇਹ ਡਿੱਗਦਾ, ਇਹਨੇ ਸਟੈਂਡ ਕਿਵੇਂ ਲਾ ਲਿਆ ਸੀ? ਕੋਈ ਡਰਗ ਡਰੂਗ ਵਾਲਾ ਮੈਟਰ ਤਾਂ ਨਹੀਂ ਸੀਗਾ ਵਿੱਚ? ਕੋਈ ਇਹ ਨਾਲ ਦੇ ਮੁੰਡੇ ਨਸ਼ਾ ਕਰਦੇ ਹੋਣ ਜਾਂ ਇਹ ਆਪਣਾ ਮੁੰਡਾ ਨਸ਼ਾ ਕਰਦਾ ਹੋਵੇ? ਕੋਈ ਚੀਜ਼ ਨਹੀਂ ਸੀ, ਕੋਈ ਇਹੋ ਜਿਹਾ ਮੈਟਰ ਨਹੀਂ ਸੀਗਾ। ਕਈ ਵਾਰ ਮੈਂ ਵੀ ਕਾਲ ਲਾਉਣੀ ਆ, ਮੇਰੇ ਅੰਕਲ ਵੀ ਲਾਉਂਦੇ ਆ ਵੀ ਸਾਡਾ ਕੀ ਬਣਿਆ, ਤੁਸੀਂ ਕੇਸ ਦੀ ਇਨਵੈਸਟੀਗੇਸ਼ਨ ਕਰਦੇ ਹੋ। ਬਟ ਸਾਨੂੰ ਇਹੀ ਜਵਾਬ ਆਉਂਦਾ ਬਿਸਰਾ ਰਿਪੋਰਟ ਆ ਜਾਂਦੋ, ਬਿਸਰਾ ਰਿਪੋਰਟ ਆ ਜਾਂਦੋ। ਫਿਰ ਉਹਨਾਂ ਨੂੰ ਕੁਐਸਚਨ ਕਰਦੇ ਆ, ਸਰ ਬਿਸਰਾ ਰਿਪੋਰਟ ਕਿਉਂ ਨਹੀਂ ਆ ਰਹੀ? ਸੌਰੀ ਰਿਵਾਈਂਡਰ ਭੇਜਿਆ, ਸੌਰੀ ਰਿਵਾਈਂਡਰ ਭੇਜਿਆ। ਆਲਮੋਸਟ ਸਾਨੂੰ ਇਹੀ ਮਿਲ ਰਿਹਾ। ਕਿੰਨੇ ਮਹੀਨੇ ਹੋ ਗਏ ਸਰ? 8 ਮਹੀਨੇ ਹੋ ਗਏ। ਆਖਰਕਾਰ ਇਸ ਪਰਿਵਾਰ ਨੂੰ ਇਹ ਤਾਂ ਦੱਸਿਆ ਜਾਵੇ ਕਿ ਮੁੰਡੇ ਨਾਲ ਆਖਰ ਹੋਇਆ ਕੀ ਹੈ। ਇਸ ਮਾਂ ਦੇ ਹੰਝੂ ਜਿਹੜੇ ਆ, ਤੁਸੀਂ ਉਹ ਬਹੁਤ ਔਖਾ ਸਮਾਂ ਹੈ। ਤੁਸੀਂ ਭੈਣ ਰੋਂਦੀ ਹੈ, ਮਾਂ ਰੋਂਦੀ ਹੈ, ਪਿਓ ਬਿਮਾਰ ਹੈ, ਇੱਕ ਪੁੱਤਰ ਬਾਹਰ ਹੈ, ਤਾਂ ਪਰਿਵਾਰ ਕਰੇ ਕੀ? ਪਹਿਲੀ ਗੱਲ, ਲੁਧਿਆਣੇ ਤੋਂ ਸਾਡੇ ਪਿੰਡ ਸਿਰਫ ਅੱਧਾ ਘੰਟਾ ਲੱਗਦਾ, ਜਦ ਕਿ ਪੁਲਿਸ ਨੂੰ ਡੈੱਡ ਬੋਡੀ ਮਿਲ ਗਈ ਸੀ, ਪਤਾ ਲੱਗ ਗਿਆ ਸੀ, ਸਾਡੇ ਪਿੰਡ ਆ ਕੇ ਉਹ ਲਿਜਾ ਸਕਦੇ ਸੀ। ਦੂਜੀ ਗੱਲ, ਉਹ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਸੀ ਪੁਲਿਸ ਦੇ ਹੱਥ ਵਿੱਚ। ਬਸ ਇਹ ਸਭ ਕੁਝ ਹੈਗਾ। ਤੀਜੀ ਗੱਲ, ਸਾਨੂੰ ਪੁਲਿਸ ਨੇ ਤਾਂ ਕਾਲ ਹੀ ਨਹੀਂ ਕਰੀ। 2:17 ਤੇ ਨਾਲ ਦੇ ਮੁੰਡਿਆਂ ਦੀ ਕਾਲ ਆਈ ਆ। ਕੀ ਗੱਲ, ਇੱਕ ਮਰਡਰ ਹੋਇਆ ਹੋਵੇ ਸਾਡੇ ਮੁੰਡੇ ਦਾ, ਸਾਥੋਂ ਬਿਨਾਂ ਡੈੱਡ ਬੋਡੀ ਚੱਕੀ ਗਈ, ਮੋਰਚਰ 'ਚ ਲਾਈ ਗਈ। ਉਦੋਂ ਮੁੜ ਕੇ ਸਾਨੂੰ ਪੁਲਿਸ ਨੇ ਕਾਲ ਹੀ ਨਹੀਂ ਕਰੀ। ਪੁਲਿਸ ਦਾ ਕੋਈ ਫਰਜ਼ ਨਹੀਂ। ਉਹ ਕਹਿ ਰਹੇ ਅਸੀਂ ਇਨਵੈਸਟੀਗੇਸ਼ਨ ਕਰਨ ਲੱਗੇ ਸੀ। ਅਸੀਂ ਤਾਂ ਮੰਨਦੇ ਨਹੀਂ। ਸਾਡੇ ਬੇਟੇ ਦੀ ਸਾਡੇ ਤੋਂ ਬਿਨਾਂ ਉਹਨਾਂ ਨੇ ਡੈੱਡ ਬੋਡੀ ਕਿਉਂ ਚੱਕੀ, ਮੋਰਚਰ 'ਚ ਕਿਉਂ ਲਾਈ? ਜਦੋਂ ਅਸੀਂ ਵਾਰਸ ਸੀ, ਉਹ ਕਿਹੜਾ ਲਵਾਰਸ ਲਾਸ਼ ਸੀਗੀ? ਸਾਨੂੰ ਪੁਲਿਸ ਨੇ ਕਾਲ ਹੀ ਨਹੀਂ ਕਰੀ। ਪੁਲਿਸ ਦਾ ਫਰਜ਼ ਨਹੀਂ ਸੀ। ਇਹ ਕੁਦਰਤੀ ਮੌਤ ਹੈ ਜਾਂ ਕਤਲ ਹੈ? ਇਸ ਤੋਂ ਅੱਜ ਚੁੱਕਾਂਗੇ ਪਰਦਾ। ਪਿਛਲੇ ਸਾਲ ਦੁਸਹਿਰੇ ਵਾਲੀ ਰਾਤ ਇੱਕ ਲਾਸ਼ ਮਿਲਦੀ ਹੈ ਪੁਲਿਸ ਨੂੰ। ਰਾਤ ਦੇ ਵੇਲੇ ਇਹ ਲਾਸ਼ ਮਿਲਦੀ ਹੈ, ਸਵੇਰੇ ਪੋਸਟਮਾਰਟਮ ਹੁੰਦਾ ਹੈ, ਪਰਿਵਾਰ ਨੂੰ ਦੱਸਿਆ ਜਾਂਦਾ ਹੈ ਦੁਪਹਿਰ ਵੇਲੇ। ਜਗਰਾਉਂ ਦੇ ਨੇੜੇ ਰੰਧੀਰਗੜ੍ਹ ਦਾ ਇਹ ਨੌਜਵਾਨ ਸੀ, ਦਇਆ ਸਿੰਘ ਇਸ ਦਾ ਨਾਂ ਸੀ। ਪਰਿਵਾਰ ਕਹਿੰਦਾ ਹੈ ਕਿ ਕਤਲ ਹੈ। ਪੁਲਿਸ ਨੇ ਹਾਲੇ ਤੱਕ FIR ਤੱਕ ਦਰਜ ਇਸ ਮਾਮਲੇ ਵਿੱਚ ਨਹੀਂ ਕੀਤੀ ਹੈ। ਵੱਡਾ ਸਵਾਲ ਹੈ ਕਿ ਕਤਲ ਹੋਇਆ ਜਾਂ ਨਹੀਂ ਹੋਇਆ, ਜਾਂ ਨੈਚੁਰਲ ਡੈਥ ਸੀ, ਇਹ ਬਾਅਦ ਦੀ ਗੱਲ ਹੈ। FIR ਵੀ ਦਰਜ ਨਹੀਂ ਹੁੰਦੀ ਇਸ ਮਾਮਲੇ 'ਚ। ਤਕਰੀਬਨ 10 ਮਹੀਨੇ ਇਸ ਘਟਨਾ ਨੂੰ ਗੁਜ਼ਰ ਜਾਂਦੇ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਹ ਕਤਲ ਹੈ ਔਰ ਪਰਿਵਾਰ ਸਬੂਤ ਲਈ ਬੈਠਾ ਹੈ। ਜੋ ਇਨਵੈਸਟੀਗੇਸ਼ਨ ਪੁਲਿਸ ਨੇ ਕਰਨੀ ਸੀ, ਉਹ ਇਨਵੈਸਟੀਗੇਸ਼ਨ ਤਾਂ ਪਰਿਵਾਰ ਕਰੀ ਬੈਠਾ ਹੈ। ਜਗਰਾਉਂ ਦੇ ਨਾਲ ਪੈਂਦਾ ਹੈ ਪਿੰਡ ਰੰਧੀਰਗੜ੍ਹ, ਜਿਸ ਨੂੰ ਛੋਟਾ ਭੰਮੀਪੁਰਾ ਵੀ ਕਿਹਾ ਜਾਂਦਾ ਹੈ। ਇੱਥੋਂ ਦਾ ਦਇਆ ਸਿੰਘ ਲੁਧਿਆਣੇ ਮੈਡੀਕਲ ਦੀ ਪੜ੍ਹਾਈ ਕਰਦਾ ਸੀ। ਪਰਿਵਾਰ ਮੁਤਾਬਕ ਮੁੰਡਾ ਹੋਣਹਾਰ ਸੀ, 6 ਫੁੱਟ 2 ਇੰਚ ਕੱਦ ਸੀ, ਜਿਮ ਬਹੁਤ ਕਰਦਾ ਸੀ ਅਤੇ ਸੋਹਣਾ ਸੁਨੱਖਾ ਉਹਨਾਂ ਦਾ ਪੁੱਤ ਨਸ਼ਿਆਂ ਤੇ ਹੋਰ ਕੰਮਾਂ ਤੋਂ ਦੂਰ ਸੀ। ਪਰ ਪਿਛਲੇ ਸਾਲ ਦੁਸਹਿਰੇ ਵਾਲੀ ਰਾਤ ਉਸ ਦੀ ਲਾਸ਼ ਇੱਕ ਸਕੂਟਰੀ ਦੇ ਉੱਤੇ ਪੁਲਿਸ ਨੂੰ ਮਿਲੀ। ਪਰਿਵਾਰ ਮੁਤਾਬਕ ਉਹਨਾਂ ਨੂੰ ਬਹੁਤ ਦੇਰ ਬਾਅਦ ਦੱਸਿਆ ਗਿਆ। ਲਾਸ਼ ਦੇਖੀ ਤਾਂ ਪਰਿਵਾਰ ਸੁੰਨ ਰਹਿ ਗਿਆ। ਲਾਸ਼ ਦੇ ਉੱਤੇ ਬਹੁਤ ਸਾਰੇ ਨਿਸ਼ਾਨ ਸੀਗੇ, ਕੱਪੜੇ ਪੁੱਠੇ ਸਿੱਧੇ ਪਾਏ ਸੀ। ਤੇ ਫਿਰ ਮਾਮਲਾ 9-10 ਮਹੀਨਿਆਂ ਤੋਂ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਪਰਿਵਾਰ ਦੇ ਗੇੜਿਆਂ ਦੇ ਵਿਚਕਾਰ ਹੋ ਕੇ ਉਲਝ ਗਿਆ। ਪਰਿਵਾਰ ਕਹਿੰਦਾ ਹੈ ਕਿ ਅਸੀਂ ਸਬੂਤ ਲੈ ਕੇ ਬੈਠੇ ਹਾਂ, ਅਸੀਂ ਦੱਸਦੇ ਹਾਂ ਪੁਲਿਸ ਨੂੰ ਕਿ ਕਤਲ ਕਿਸਨੇ ਕੀਤਾ ਹੋ ਸਕਦਾ ਹੈ, ਪਰ ਸਾਡੀ ਕਿਸੇ ਥਿਊਰੀ ਤੇ ਪੁਲਿਸ ਕੰਮ ਨਹੀਂ ਕਰਦੀ। ਪੁਲਿਸ ਜਵਾਬ ਦੇਣ ਤੋਂ ਅਸਮਰਥ ਹੈ। ਪਹਿਲਾਂ ਤਾਂ ਮੇਰੇ ਬ੍ਰਦਰ ਦੇ ਦੇਖੋ, ਤੁਸੀਂ ਆਪ ਦੇਖ ਲਓ ਸਰ, ਜਿਹੜੀ ਬਨੈਣ ਆ ਉਹ ਗਲੇ ਤੋਂ ਬਾਹਰ ਆ। ਉਹਨਾਂ ਤੋਂ ਜਲਦੀ ਦੇ ਵਿੱਚ ਕੱਪੜੇ ਵੀ ਪੂਰੇ ਨਹੀਂ ਪਏ। ਗਲੇ ਤੋਂ ਬਨੈਣ ਬਾਹਰ ਆ, ਉਹਦੇ ਕੱਪੜੇ ਇੱਥੇ ਪੁਥਲ ਹੋਏ ਪਏ ਆ। ਦੂਜਾ, ਮੇਰੇ ਬ੍ਰਦਰ ਦੇ ਸਾਰੇ ਕੱਪੜੇ ਲਿਬੜੇ ਹੋਏ ਆ। ਦੇਖੋ ਮਿੱਟੀ ਲੱਗੀ ਆ, ਉਹ ਥੱਲੇ ਪਾ ਕੇ ਇਹਨਾਂ ਨੇ ਉੱਪਰ ਬਿਠਾਇਆ। ਸਟੈਂਡ ਲਾ ਲਈ। ਆਹ ਦੇਖੋ ਸ਼ਰਟ ਨੂੰ ਵੀ ਮਿੱਟੀ ਆ, ਬਨੈਣ ਨੂੰ
ਇੱਥੇ ਸਿਰ ਨੂੰ ਵੀ ਮਿੱਟੀ ਆ ਤੇ ਉਹਨਾਂ ਨੇ ਇੱਥੋਂ ਐਂ ਫੜ ਕੇ ਜਦੋਂ ਚੱਕ ਕੇ ਇੱਥੋਂ ਲੋਰ ਨੂੰ ਹੱਥ ਪਾ ਕੇ ਬਿਠਾਇਆ, ਕੱਪੜੇ ਉੱਥੋਂ ਪੁਤਲ ਹੋਏ ਆ। ਉਸ ਤੋਂ ਬਾਅਦ ਆਹ ਦੇਖੋ ਉਹਨਾਂ ਨੇ ਮੈਟ ਨੂੰ ਚਰਬੀ ਲੱਗੀ ਪੈਰ ਦੀ, ਮੈਟ ਥੱਲੇ ਪੈਰ ਦੇਤਾ, ਆਹ ਦੇਖੋ ਚਰਬੀ ਲੱਗੀ। ਠੀਕ ਆ, ਆਹ ਦੇਖੋ ਪੈਰ ਦੀ ਅੰਗੂਠਿਆਂ ਦੀਆਂ ਤੇ ਉਂਗਲਾਂ ਦੀਆਂ ਨਿਸ਼ਾਨ ਜਿਹੜੇ ਮੈਟ ਥੱਲੇ ਪੈਰ ਦਿੱਤਾ ਸੀ। ਆਹ ਦੇਖੋ ਪੈਰ ਘਿਸੜਿਆ ਹੋਇਆ, ਪੁੱਠਾ ਪੈਰ ਘਿਸੜਿਆ। ਠੀਕ ਹੈ, ਪੈਰ ਘਿਸੜਨ ਤੋਂ ਬਾਅਦ ਆ ਬ੍ਰਦਰ ਦੇ ਮੇਰੇ ਦੀ ਜਿਹੜੀ ਟੀ-ਸ਼ਰਟ ਆ ਉਹ ਵੀ ਪੁੱਠੀ ਪਾਈ ਆ, ਇਹਨਾਂ ਦੀ ਬੈਲੈਂਸ ਬਣਾ ਕੇ ਪਾਇਆ, ਟੀ-ਸ਼ਰਟ ਪੁੱਠੀ ਪਾਈ ਆ ਜੀ। ਆਹ ਦੇਖੋ ਸਟੈਂਡ ਲੱਗਿਆ ਹੋਇਆ ਸਕੂਟਰੀ ਦਾ। ਉਸ ਤੋਂ ਬਾਅਦ ਆਹ ਦੇਖੋ ਚੱਪਲ ਦੇ ਉੱਪਰ ਚੱਪਲ ਮੁੱਦੀ ਪਈ ਆ ਜੀ। ਆਹ ਚੱਪਲ ਜਿਹੜੇ ਪੈਰ ਮੇਰੇ ਬ੍ਰਦਰ ਦੇ ਪੈਰ ਦੇ ਉੱਪਰੋਂ ਬਲੱਡ ਨਿਕਲ ਰਿਹਾ ਨਾ, ਬਲੱਡ ਵਾਲੇ ਪੈਰ ਦੀ ਬ੍ਰਦਰ ਚੱਪਲ ਪਈ ਆ ਜੀ ਤੇ ਇੱਕ ਵੀ ਤਬਕਾ ਖੂਨ ਦਾ ਨਹੀਂ, ਚੱਪਲ ਬਿਲਕੁਲ ਉਵੇਂ ਪਈ ਆ। ਜਦੋਂ ਬੰਦੇ ਦਾ ਪੈਰ ਘਿਸੜੂਗਾ ਪੁੱਠਾ, ਉਹਦੀ ਚੱਪਲ ਪਹਿਲਾਂ ਲਾਊਗੀ। ਦੂਜੀ ਗੱਲ, ਚੱਲ ਜੇ ਚੱਪਲ ਵੀ ਨਹੀਂ ਲੈਂਦੀ ਅਸੀਂ ਮੰਨਦੇ ਆ, ਪਰ ਉਹਦਾ ਬਲੱਡ ਤਾਂ ਲੱਗਿਆ ਹੋਇਆ ਨਾ, ਪੈਰ ਚੋਂ ਨਿਕਲਦਾ, ਮੈਟ ਨੂੰ ਬਲੱਡ ਲੱਗ ਗਿਆ, ਹੋਰ ਬਲੱਡ ਲੱਗ ਗਿਆ, ਚੱਪਲ ਨੂੰ ਕਿਉਂ ਨਹੀਂ ਬਲੱਡ ਲੱਗਿਆ? ਇਹ ਚੱਪਲ ਰੱਖੀ ਗਈ ਆ, ਇਸ ਚੱਪਲ ਉੱਪਰ ਚੱਪਲ ਮੁੱਦੀ ਮਾਰੀ ਗਈ ਆ। ਆਹ ਦੇਖੋ ਇੱਥੇ ਕੈਮਰਾ ਕਰਕੇ ਆਹ ਦੇ ਚੱਪਲ ਤੇ ਚੱਪਲ ਮੁੱਦੀ ਮਾਰ ਕੇ ਰੱਖੀ ਗਈ। ਸਕੂਟਰੀ ਦਾ ਸਟੈਂਡ ਲਾਇਆ ਗਿਆ, ਲੋਰ ਤੋਂ ਐਸ ਲੋਟ ਫੜ ਕੇ ਬੈਲੈਂਸ ਬਣਾ ਕੇ ਬਿਠਾਇਆ ਗਿਆ। ਸਾਡੇ ਕੋਲ ਘੱਟੋ ਘੱਟ 10 ਪ੍ਰੂਫ ਆ, 10 ਪ੍ਰੂਫ। ਦਿਆਮਾ ਦੀ ਮਾਂ ਰੋ ਰੋ ਕੇ ਕਹਿੰਦੀ ਹੈ ਕਿ ਆਖਰ ਸਾਨੂੰ ਇਹ ਤਾਂ ਦੱਸੋ ਕਿ ਸਾਡੇ ਪੁੱਤ ਨਾਲ ਉਸ ਦਿਨ ਹੋਇਆ ਕੀ। ਭਾਵੇਂ ਮੌਤ ਨੈਚੁਰਲ ਹੈ, ਭਾਵੇਂ ਕਿਸੇ ਨੇ ਕਤਲ ਕੀਤਾ ਹੈ, ਸਾਨੂੰ ਘੱਟੋ ਘੱਟ ਪੁਲਿਸ ਕਹਾਣੀ ਸਾਫ਼ ਤਾਂ ਕਰੇ। ਪੁਲਿਸ ਕਹਿੰਦੀ ਨੈਚੁਰਲ ਡੈਥ ਹੈ। ਨਹੀਂ ਜੀ, ਪੁਲਿਸ ਸਾਨੂੰ ਕਹਿੰਦੀ ਵੀ ਮਾਰਿਆ ਕਿਤੇ ਹੋਰ ਹੈ, ਇਹ ਲਿਆਂਦਾ ਹੋਰ ਥਾਂ ਗਿਆ ਵਾ। ਕਿਹਨੇ ਮਾਰਿਆ ਫਿਰ, ਕਿਹਨੇ ਲਿਆਂਦਾ? ਉਹ ਸਾਨੂੰ ਕਹਿੰਦੇ ਵੀ ਪਹਿਲਾਂ ਤਾਂ ਉਹ ਸਾਨੂੰ ਕਹੀ ਗਏ ਵੀ ਕੋਈ ਪਤਾ ਨਹੀਂ ਲੱਗ ਰਿਹਾ, ਕੋਈ ਪਤਾ ਨਹੀਂ ਲੱਗ ਰਿਹਾ, ਪਰ ਇੰਨੀ ਗੱਲ ਉਹ ਮੰਨਦੇ ਆ ਜੀ ਕਿ ਇਹਦਾ ਕਤਲ ਕਿਤੇ ਹੋਰ ਹੋਇਆ ਤੇ ਲਿਆ ਕੇ ਇੱਥੇ ਪਾਇਆ ਗਿਆ। ਦਿਆਮਾ ਦੀ ਭੈਣ ਕਹਿੰਦੀ ਹੈ ਕਿ ਬਿਸਰਾ ਰਿਪੋਰਟ ਹਾਲੇ ਤੱਕ ਨਹੀਂ ਆਈ। ਇਸ ਘਟਨਾ ਨੂੰ 10 ਮਹੀਨੇ ਗੁਜ਼ਰ ਗਏ ਹੈ, ਅਗਲਾ ਦੁਸਹਿਰਾ ਆਉਣ ਵਾਲਾ ਹੋ ਗਿਆ ਹੈ। SIT ਦੇ ਮੁਖੀ ਭਾਵੇਂ ਬਦਲ ਗਏ ਨੇ, SIT ਨਵੀਂ ਬਣਨੀ ਹੈ ਨਹੀਂ ਬਣਨੀ ਇਸ ਬਾਰੇ ਸਾਨੂੰ ਨਹੀਂ ਪਤਾ, ਪਰ ਵੱਡਾ ਸਵਾਲ ਹੈ ਕਿ ਆਖਰ ਸਾਡੇ ਨਾਲ ਇਹ ਖੇਡ ਕਿਉਂ ਖੇਡੀ ਜਾ ਰਹੀ ਹੈ। ਕਈ ਵਾਰ ਮੈਂ ਵੀ ਕਾਲ ਲਾਉਣੀ ਆ, ਮੇਰੇ ਅੰਕਲ ਵੀ ਲਾਉਂਦੇ ਆ ਵੀ ਸਾਡਾ ਕੀ ਬਣਿਆ, ਤੁਸੀਂ ਕੇਸ ਦੀ ਇਨਵੈਸਟੀਗੇਸ਼ਨ ਕਰਦੇ ਹੋ, ਬਟ ਸਾਨੂੰ ਇਹੀ ਜਵਾਬ ਆਉਂਦਾ ਬਿਸਰਾ ਰਿਪੋਰਟ ਆ ਜਾਂਦੋ, ਬਿਸਰਾ ਰਿਪੋਰਟ ਆ ਜਾਂਦੋ। ਫਿਰ ਉਹਨਾਂ ਨੂੰ ਕੁਐਸਚਨ ਕਰਦੇ ਆ, ਸਰ ਬਿਸਰਾ ਰਿਪੋਰਟ ਕਿਉਂ ਨਹੀਂ ਆ ਰਹੀ, ਸੌਰੀ ਰਿਵਾਈਂਡਰ ਭੇਜਿਆ, ਸੌਰੀ ਰਿਵਾਈਂਡਰ ਭੇਜਿਆ। ਆਲਮੋਸਟ ਸਾਨੂੰ ਇਹੀ ਮਿਲ ਰਿਹਾ। ਕਿੰਨੇ ਮਹੀਨੇ ਹੋ ਗਏ ਸਰ? 8 ਮਹੀਨੇ ਹੋ ਗਏ। 8 ਮਹੀਨਿਆਂ ਤੋਂ ਇਹੀ ਸੁਣ? ਹਾਂਜੀ, ਇਹੀ ਸੁਣਨ ਨੂੰ ਮਿਲ ਰਿਹਾ। ਕਈ ਵਾਰ ਤਾਂ ਸਾਡਾ ਹੁਣ ਤਾਂ ਫੋਨ ਹੀ ਨਹੀਂ ਪਿਕ ਹੋ ਰਿਹਾ, ਸਾਡਾ ਕੋਈ ਚੱਕ ਹੀ ਨਹੀਂ ਰਿਹਾ, ਕੋਈ ਜਵਾਬ ਹੀ ਨਹੀਂ ਆ ਰਿਹਾ ਸਾਨੂੰ। ਤੁਹਾਡੀ ਲਾਸਟ ਗੱਲ ਕੀ ਹੋਈ ਸੀ ਤੁਹਾਡੇ ਯਾਦ? ਬੇਟੇ ਨਾਲ? ਹਾਂਜੀ ਪੁੱਤਰ, ਅਸੀਂ ਲਾਸਟ ਗੱਲ 7:30 ਮੇਰੇ ਨਾਲ ਔਰ ਇਹ ਮੇਰੀ ਬੇਟੀ ਨਾਲ ਹੋਈ ਆ ਉਹਦੀ। ਅਸੀਂ ਉਹਨੂੰ ਆਖਿਆ, ਇਹ ਮੇਰੀ ਬੇਟੀ ਪਕੌੜੇ ਕੱਢਣ ਲੱਗੀ ਕਿਉਂਕਿ ਦੁਸਹਿਰਾ ਸੀਗਾ, ਤੇ ਮੇਰੀ ਬੇਟੀ ਕਹਿੰਦੀ ਵੀ ਦਿਆ ਸਿੰਘ ਕਹਿੰਦੀ ਵੀਰੇ ਆ ਜਾ, ਸਾਡਾ ਦਿਲ ਨਹੀਂ ਲੱਗਦਾ। ਤੇ ਕਹਿੰਦਾ ਕੀ ਕਰਦੀ ਆ? ਇਹ ਕਹਿੰਦੀ ਮੈਂ ਪਕੌੜੇ ਕੱਢਦੀ ਆ। ਕਹਿੰਦਾ ਨਹੀਂ, ਸਿਹਤ ਦੇਖ ਆਪਦੀ, ਪਕੌੜੇ ਨਹੀਂ ਖਾਣੇ। ਇਹ ਸਿਰਫ ਉਹਨੇ ਗੱਲਾਂ ਸਾਡੇ ਨਾਲ ਕੀਤੀਆਂ। ਕਹਿੰਦਾ ਮੇਰੀ ਮੰਮੀ ਵੀ ਤੇਰੇ ਕੋਲ ਆ? ਤਾਂ ਇਹ ਕਹਿੰਦੀ ਹਾਂ ਤੇਰੀ ਮੰਮੀ ਵੀ ਕੋਲ ਆ। ਕਹਿੰਦਾ ਮੇਰੀ ਮੰਮੀ ਵੀ ਨਹੀਂ ਦੇਖਦੀ, ਤੂੰ ਵੀ ਨਹੀਂ ਦੇਖਦੀ, ਬਸ ਐਂ ਸਾਡੇ ਨਾਲ ਹਾਸੇ ਮਜ਼ਾਕ ਕਰਦਾ ਸੀ। ਇਸ ਕਰਕੇ ਹੀ ਅਸੀਂ ਪੁਲਿਸ ਨੂੰ ਕਿਹਾ ਸੀ ਵੀ 7:30 ਸਾਡੇ ਨਾਲ ਗੱਲਬਾਤ ਹੋਈ ਆ ਉਹਦੀ, ਸਾਡੇ ਪੁੱਤਰ ਦੀ। 7:30 ਤੋਂ ਸਵੇਰ ਦੇ 6 ਵਜੇ ਤੁਸੀਂ ਡੈੱਡ ਬੋਡੀ ਦੇਖ ਲਈ ਆ ਸਾਡੇ ਪੁੱਤਰ ਦੀ। 7:30 ਤੋਂ 6 ਵਜੇ ਦੇ ਸਾਨੂੰ ਕੈਮਰੇ ਲਾ ਦਿਓ, ਕਿਉਂਕਿ ਉਹਦੀ PG ਇਸ ਸਾਈਡ ਆ, ਪੁਲ ਪਾਰ ਕਰਕੇ ਦੂਸਰੇ ਪਾਸੇ ਉਹਦੀ ਡੈੱਡ ਬੋਡੀ ਆ। ਸਾਨੂੰ ਪਤਾ ਚੱਲੂਗਾ ਕਿ ਉਹ ਕੱਲਾ ਪੁਲ ਪਾਰ ਕਰਦਾ ਜਾਂ ਉਹਦੇ ਨਾਲ ਕੋਈ ਜਾ ਰਿਹਾ ਜਾਂ ਕਿਵੇਂ ਆ, ਕਿਵੇਂ ਨਾ। ਹਾਂਜੀ, ਉਹ ਫਿਰ ਅਸੀਂ ਕੈਮਰੇ ਲਹਾ ਲਏ ਪੁੱਤਰ। ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਇਸ ਮਾਮਲੇ 'ਚ SIT ਬਣਾਈ ਗਈ ਸੀ, ਤਾਂ ਅਸੀਂ ਵੀ ਜਾ ਕੇ ਲੁਧਿਆਣਾ ਪੁਲਿਸ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ। ਅਸੀਂ ਲੁਧਿਆਣਾ ਦੇ ਸੀਨੀਅਰ ਪੁਲਿਸ ਅਫੀਸਰ ਮਨਦੀਪ ਸੰਧੂ ਨੂੰ ਇਸ ਮਾਮਲੇ ਤੇ ਗੱਲਬਾਤ ਕੀਤੀ, ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਵੀ ਬੋਲਣ ਤੋਂ ਅਸਮਰਥ ਨੇ, ਕਿਉਂਕਿ ਉਹ ਸਿੱਟ ਦੇ ਮੁਖੀ ਨਹੀਂ ਹਨ ਅਤੇ ਸਿੱਟ ਦੇ ਮੁਖੀ ਦਾ ਤਬਾਦਲਾ ਹੋਣ ਕਰਕੇ ਜਦੋਂ ਤੱਕ ਪੁਲਿਸ ਕਮਿਸ਼ਨਰ ਇਸ ਮਾਮਲੇ 'ਚ ਨਵੇਂ ਸਿੱਟ ਮੁਖੀ ਨਹੀਂ ਲਾਉਂਦੇ, ਉਹ ਇਸ ਬਾਰੇ ਕੁਝ ਨਹੀਂ ਬੋਲ ਸਕਦੇ। ਇਸ ਮਾਂ ਦੇ ਹੰਝੂ ਜਿਹੜੇ ਆ, ਤੁਸੀਂ ਉਹ ਬਹੁਤ ਔਖਾ ਸਮਾਂ ਹੈ। ਤੁਸੀਂ ਭੈਣ ਰੋਂਦੀ ਹੈ, ਮਾਂ ਰੋਂਦੀ ਹੈ, ਪਿਓ ਬਿਮਾਰ ਹੈ, ਇੱਕ ਪੁੱਤਰ ਬਾਹਰ ਹੈ, ਤਾਂ ਪਰਿਵਾਰ ਕਰੇ ਕੀ? ਆਂਟੀ ਯਾਦ ਆਉਂਦੀ ਹੋਣੀ ਹੈ ਬਹੁਤ? ਬਹੁਤ ਜ਼ਿਆਦਾ ਪੁੱਤ, ਪਲ ਪਲ ਔਖਾ ਲੰਘਦਾ ਏ ਪੁੱਤਰ ਬਿਨਾ। ਬੜੇ ਔਖੇ ਆ, ਬਹੁਤ ਜ਼ਿਆਦਾ ਔਖੇ ਆ। ਥੱਕ ਹਾਰ ਕੇ ਬਹਿ ਗਏ ਆ, ਪੁਲਿਸ ਦੀ ਮਿਹਨਤਾਂ ਕਰ ਕਰਕੇ ਬੈਠ ਕੇ ਘਰੇ।
ਸਾਡਾ ਹੈਂਡਸਮ ਬੱਚਾ 1 ਮਹੀਨੇ ਦਾ 3 ਕਿਲੋ ਘਿਓ ਖਾਂਦਾ ਸੀ। ਬੜਾ ਹੈਂਡਸਮ ਬੱਚਾ, 6 ਫੁੱਟ 1 ਇੰਚ ਹਾਈਟ ਸੀ ਮੇਰੇ ਪੁੱਤਰ ਦੀ। ਪਰ ਅਸੀਂ ਰੁਲ ਗਏ ਹੁਣ ਪੁੱਤ, ਅਸੀਂ ਬਹੁਤ ਜ਼ਿਆਦਾ ਬੇਘਰ ਹੋ ਚੁੱਕੇ ਹਾਂ। ਸਾਡੀ ਕੋਈ ਸੁਣਵਾਈ ਨਹੀਂ ਪੁਲਿਸ ਕਰਦੀ। ਸੱਚ ਹੀ ਆ। ਤੁਹਾਡਾ ਵੀ ਬਹੁਤ ਮੋਹ ਸੀਗਾ, ਪਿਆਰ ਸੀ ਭੈਣ ਭਰਾ ਦਾ। ਬਹੁਤ ਜ਼ਿਆਦਾ ਬ੍ਰਦਰ, ਹਰ ਦੁੱਖ ਸੁੱਖ ਸੁਣਦਾ ਸੀ, ਹਰ ਪੱਖੋਂ ਸਿਆਣਾ ਸੀ, ਹਰ ਤਰ੍ਹਾਂ ਦਾ ਦੁੱਖ ਸੁੱਖ ਸੁਣਦਾ ਸੀ। ਤੁਹਾਨੂੰ ਲੱਗਦਾ ਇਨਸਾਫ ਮਿਲੂਗਾ? ਸੱਚਾਈ ਦਾ ਮਿਲਣਾ ਅਕਸਰ ਨੂੰ ਸਾਨੂੰ ਇਹ ਤਾਂ ਪਤਾ ਲੱਗਣਾ ਚਾਹੀਦਾ ਵੀ ਉਹਦੀ ਡੈਥ ਹੋਈ ਕਿਵੇਂ। ਆਹ ਮੁੰਡੇ ਦੇ ਪੈਰਾਂ ਦੇ ਨਿਸ਼ਾਨ ਨੇ, ਤੁਸੀਂ ਦੇਖੋ। ਜੇ ਨੈਚੁਰਲ ਡੈਥ ਹੋਈ ਉਹਦੀ ਤਾਂ ਫਿਰ ਆਖਰ ਇਹ ਸੱਟਾਂ ਕਿੱਥੋਂ ਵੱਜੀਆਂ ਹੋਈਆਂ, ਕੱਪੜੇ ਕਿਉਂ ਉਹਦੇ ਪਾਟੇ ਹੋਏ ਐ, ਸਕੂਟੀ ਦੇ ਉੱਤੇ ਜਿਸ ਤਰ੍ਹਾਂ ਲਾਸ਼ ਪਈ ਹੈ ਉਹ ਵੀ ਇੱਕ ਹੈਰਾਨੀ ਵਾਲੀ ਗੱਲ ਹੈ। ਆਹ ਦੇਖੋ ਤੁਸੀਂ, ਆਹ ਸਕੂਟੀ ਦੇ ਉੱਤੇ ਲਾਸ਼, ਸਕੂਟੀ ਦਾ ਸਟੈਂਡ ਲੱਗਿਆ ਹੋਇਆ ਹੈ ਔਰ ਇਹ ਲਾਸ਼ ਇਸ ਤਰ੍ਹਾਂ ਸਕੂਟੀ ਦੇ ਉੱਤੇ ਪਈ ਹੈ। ਹੋਰ ਫੋਟੋਆਂ ਦਿਖਾਉਣਾ ਤੁਹਾਨੂੰ ਮੈਂ। ਆਹ ਦੇਖੋ ਤਸਵੀਰ ਤੁਸੀਂ। ਤਾਂ ਇਹ ਕਿਹੜੇ ਹਾਲਾਤ ਸੀਗੇ? ਜੇ ਕੋਈ ਡਰੱਗ ਨਹੀਂ ਲਿਆ ਸੀਗਾ, ਜੇ ਕੋਈ ਇਹੋ ਜਿਹਾ ਕਨੈਕਸ਼ਨ ਨਹੀਂ ਸੀ, ਔਰ 3-3.5 ਕਿਲੋਮੀਟਰ ਦੂਰ ਪੁਲਿਸ ਆਪ ਕਹਿੰਦੀ ਹੈ ਕਿ ਇਹਨੂੰ ਮਾਰ ਕੇ ਬਾਅਦ ਚ ਉੱਥੇ ਰੱਖਿਆ ਗਿਆ, ਤਾਂ ਫਿਰ ਇਹ ਤਾਂ ਮੰਨਿਆ ਜਾ ਰਿਹਾ ਨਾ ਕਿ ਕਤਲ ਹੈ। ਤਾਂ ਫਿਰ ਕਤਲ ਦਾ ਪਰਚਾ ਕਿਉਂ ਨਹੀਂ ਦਰਜ ਹੋਇਆ? ਉਹ ਬੰਦੇ ਕੌਣ ਸੀ ਜਿਨ੍ਹਾਂ ਨੇ ਕਤਲ ਕੀਤਾ? ਆਹ ਦੇਖੋ ਤਸਵੀਰ। ਆਹ ਤਸਵੀਰ ਵੀ ਤੁਹਾਨੂੰ ਹੈਰਾਨ ਕਰੂਗੀ। ਅੱਜ 8-9 ਮਹੀਨੇ ਹੋ ਗਏ, ਪਿਛਲੇ ਸਾਲ ਦੁਸਹਿਰੇ ਦੀ ਗੱਲ ਹੈ, ਦੁਸਹਿਰੇ ਵਾਲੀ ਰਾਤ ਨੂੰ ਇਹ ਮੌਤ ਹੁੰਦੀ ਹੈ। ਪਰਿਵਾਰ ਕਹਿੰਦਾ ਕਤਲ ਹੈ। ਤਾਂ ਇੰਨੇ ਚਿਰ ਬਾਅਦ ਵੀ ਪਰਿਵਾਰ ਨੂੰ ਕੋਈ ਇਨਸਾਫ ਕਿਉਂ ਨਹੀਂ? ਘੱਟੋ ਘੱਟ ਪਰਚਾ ਤਾਂ ਦਰਜ ਕੀਤਾ ਜਾਵੇ, ਪਰਚਾ ਹੀ ਦਰਜ ਨਹੀਂ ਹੁੰਦਾ। ਤਸਵੀਰਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਹੈ। ਪਰਿਵਾਰ ਜਿਸ ਤਰ੍ਹਾਂ ਸਾਰੀਆਂ ਤਸਵੀਰਾਂ ਦਿਖਾ ਰਿਹਾ ਹੈ, ਆਹ ਚੱਪਲਾਂ ਦੇਖੋ। ਆਹ ਇੱਥੇ ਜਿਹੜੀ ਜਿੱਥੇ ਮੇਰੀ ਉਂਗਲ ਹੈ, ਇਹ ਚੱਪਲ ਪਈ ਹੈ। ਜਿਸ ਪੈਰ ਤੇ ਸੱਟ ਲੱਗੀ ਹੈ ਉਸੇ ਪੈਰ ਦੀ ਚੱਪਲ ਹੈ ਇਹ, ਪਰ ਇਹਦੇ ਤੇ ਖੂਨ ਦਾ ਕੋਈ ਨਿਸ਼ਾਨ ਨਹੀਂ। ਬਣੈਣ ਵਾਲੀ ਇੱਕ ਤਸਵੀਰ ਅੰਕਲ ਦਿਖਾਓ। ਬਣੈਣ ਦੀ ਤਸਵੀਰ ਵੀ ਮੈਂ ਚਾਹੁੰਦਾ ਕਿ ਦਿਖਾਈ ਜਾਵੇ ਕਿ ਆਹ ਦੇਖੋ, ਬਣੈਣ ਲਮਕਦੀ ਹੋਈ ਨਜ਼ਰ ਆਊਗੀ ਤੁਹਾਨੂੰ। ਤਾਂ ਫਿਰ ਜੇ ਨੈਚੁਰਲ ਡੈਥ ਹੋਈ, ਕੋਈ ਬੰਦਾ ਤੁਰਿਆ ਜਾਂਦਾ, ਉਹਨੂੰ ਅਟੈਕ ਆ ਗਿਆ ਜਾਂ ਨੈਚੁਰਲ ਡੈਥ ਹੋ ਗਈ ਉਹਦੀ, ਤਾਂ ਉਹਦੀ ਬਣੈਣ ਕਿਵੇਂ ਬਾਹਰ ਆ ਗਈ? ਉਹਦਾ ਪੈਰ ਕਿਵੇਂ ਮੁੜ ਗਿਆ? ਉਹਦੀ ਟੀ-ਸ਼ਰਟ ਕਿਵੇਂ ਪੁੱਠੀ ਪਾਈ ਹੋਈ ਸੀ? ਔਰ ਸਕੂਟੀ ਦੇ ਉੱਤੇ ਜੇ ਕੋਈ ਤੁਰਿਆ ਜਾਂਦਾ ਬੰਦਾ ਨੈਚੁਰਲ ਡੈਥ ਨਾਲ ਮਰਦਾ, ਤਾਂ ਸਕੂਟੀ ਤੋਂ ਡਿੱਗਿਆ ਕਿਉਂ ਨਹੀਂ? ਸਟੈਂਡ ਕਿਵੇਂ ਲੱਗਿਆ ਹੋਇਆ ਸਕੂਟੀ ਦਾ? ਸਿਰ ਇਸ ਤਰ੍ਹਾਂ ਕਿਉਂ ਹੈ? ਇਹ ਸਾਰੇ ਸਵਾਲ ਆਪਣੇ ਆਪ ਦੇ ਵਿੱਚ ਵੱਡੇ ਕੁਐਸਚਨ ਨੇ ਇਹ। ਤਾਂ ਇਹ ਕੁਐਸਚਨ ਪੁਲਿਸ ਨੇ ਜਵਾਬ ਦੇਣਾ ਇਹਨਾਂ ਦਾ ਕਿ ਥਿਊਰੀ ਤੁਹਾਡੀ ਕੀ ਹੈ, ਤੁਹਾਡੀ ਜਾਂਚ ਕਿੱਥੋਂ ਤੱਕ ਪਹੁੰਚੀ ਹੈ ਇਸ ਮਾਮਲੇ ਦੇ ਵਿੱਚ। ਆ ਕੱਪੜੇ ਲਿਬੜੇ ਹੋਏ ਜੇ ਨਜ਼ਰ ਆ ਰਹੇ, ਖਿੱਚਤੂ ਹੋਈ ਹੈ, ਮਿੱਟੀ ਦੇ ਨਿਸ਼ਾਨ ਕੱਪੜਿਆਂ ਦੇ ਉੱਤੇ ਸਾਫ਼ ਨਜ਼ਰ ਆ ਰਹੇ ਇਹਨਾਂ ਤਸਵੀਰਾਂ ਦੇ ਵਿੱਚ। ਤਾਂ ਆਖਰ ਫਿਰ ਇਹ ਨਿਸ਼ਾਨ ਕਿੱਥੋਂ ਆਏ? ਇੱਕ ਆਮ ਜੇ ਬੰਦਾ ਤੁਰਿਆ ਜਾਂਦਾ ਸੀ ਸਕੂਟੀ ਤੇ, ਉਹਦੇ ਵਾਲਾਂ ਤੇ ਮਿੱਟੀ ਕਿਵੇਂ ਲੱਗੀ? ਉਹਦੇ ਲੋਅਰ ਤੇ ਮਿੱਟੀ ਕਿਵੇਂ ਲੱਗੀ? ਉਹਦਾ ਅੰਡਰਵੀਅਰ ਬਾਹਰ ਆਇਆ ਪਿਆ ਦਿਸੀ ਜਾਂਦਾ ਹੈ, ਜਿਵੇਂ ਖਿੱਚਿਆ ਹੋਵੇ ਕਿਸੇ ਨੇ, ਉਹਦੀ ਬਣੈਣ ਬਾਹਰ ਆ ਗਈ। ਤਾਂ ਇਹ ਸਾਰੇ ਸਵਾਲ ਜਿਹੜੇ ਆ ਇਹ ਵੱਡੇ ਕੁਐਸਚਨ ਨੇ। ਆ ਕਿਤਾਬਾਂ ਪਈਆਂ ਨੌਜਵਾਨ ਦੀਆਂ, ਬਾਇਓਲੋਜੀ, ਕੈਮਿਸਟਰੀ, ਫਿਜ਼ਿਕਸ, ਇਹ ਸਾਰੀਆਂ ਬੁੱਕਸ ਨੇ ਉਹਦੀਆਂ। ਦੇਖੋ ਤੁਸੀਂ, ਆ ਸਾਰੀਆਂ ਕਿਤਾਬਾਂ ਇਹ ਦਿਨ ਰਾਤ ਕਹਿੰਦੇ ਪੜ੍ਹਦਾ ਸੀਗਾ। ਰੋਲ ਨੰਬਰ ਹੈ ਤਸਵੀਰਾਂ ਦੇ ਵਿੱਚ। ਪੁਲਿਸ ਕਹਿੰਦੀ ਹੈ ਕਿ ਤੁਹਾਡਾ ਤਾਂ ਨੌਜਵਾਨ ਮੁੰਡਾ ਇੱਥੇ ਰਹਿੰਦਾ ਹੀ ਨਹੀਂ ਸੀ, ਪੜ੍ਹਦਾ ਹੀ ਨਹੀਂ ਸੀਗਾ। ਤਾਂ ਮਾਂ ਪਿਓ ਮਿੰਤਾਂ ਕਰ ਹਾੜੇ ਪਾਪਾ ਥੱਕ ਗਿਆ। ਹੱਥ ਦੇ ਵਿੱਚ ਪ੍ਰੋਟੀਨ ਹੈ ਜਿਹੜਾ, ਇਹ ਵੀ ਉਸੇ ਨੌਜਵਾਨ ਦਾ ਹੈ। ਜਦੋਂ ਪਿਓ ਕਮਰਾ ਖਾਲੀ ਕਰਨ ਗਏ ਤਾਂ ਇਹ ਸਾਰਾ ਕੁਝ ਮਿਲਿਆ। ਆ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਫੀਸ ਭਰੀ ਹੋਈ ਹੈ। ਲਾਇਬ੍ਰੇਰੀ ਜਾ ਕੇ ਜਦੋਂ ਨੌਜਵਾਨ ਪੜ੍ਹਦਾ ਸੀਗਾ, ਜਿਮ ਮਾਰਦਾ ਮੁੰਡਾ ਸੀ। ਤਸਵੀਰ ਆ ਵੀ ਦੇਖੋ ਤੁਸੀਂ, ਸੋਹਣਾ ਸੁਨੱਖਾ, 6 ਫੁੱਟ ਤੋਂ ਵੱਧ ਕੱਦ। ਔਰ ਅੱਜ ਇਹ ਸਵਾਲ ਕੀਤਾ ਜਾਂਦਾ ਹੈ ਕਿ ਆਖਰ ਇਸ ਨਾਲ ਹੋਇਆ ਕੀ ਹੈ? ਜੇ ਨੈਚੁਰਲ ਡੈਥ ਵੀ ਹੋਈ ਤਾਂ ਪੁਲਿਸ ਘੱਟੋ ਘੱਟ ਇਸ ਥਿਊਰੀ ਨੂੰ ਕਰੈਕ ਕਰੇ। 1993 ਚ ਜਨਮ ਹੋਇਆ ਔਰ 2019 ਦੇ ਵਿੱਚ ਮਾਂ ਨੂੰ ਰੋਂਦਾ ਹੋਇਆ ਪੁੱਤ ਛੱਡ ਗਿਆ ਕਿ ਪਤਾ ਹੀ ਨਹੀਂ ਲੱਗਿਆ ਆਖਿਰਕਾਰ ਹੋਇਆ ਕੀ ਹੈ ਪੁੱਤ ਦੇ ਨਾਲ। ਭੈਣ ਰੋਂਦੀ ਹੈ, ਅੱਖਾਂ 'ਚ ਹੰਝੂ ਨੇ ਪਰਿਵਾਰ ਦੇ ਕਿ ਸਾਡੇ ਪੁੱਤ ਦਾ ਦੱਸੋ ਤਾਂ ਸਹੀ ਹੋਇਆ ਕੀ। ਸੀਸੀਟੀਵੀ ਫੁਟੇਜਾਂ ਦੇ ਵਿੱਚ ਸਾਫ਼ ਨਜ਼ਰ ਆ ਰਹੇ ਨਾਲ ਦੇ ਸਾਥੀ, ਔਰ ਉਹ ਕਿਹਾ ਜਾ ਰਿਹਾ ਕਿ ਉਹ ਤਾਂ ਉਸ ਵੇਲੇ ਉੱਥੇ ਨਹੀਂ ਸੀਗੇ। ਜੇ ਨਹੀਂ ਸੀ ਤਾਂ ਇਸ ਗੱਲ ਦੀ ਕਲੈਰਿਟੀ ਦਿੱਤੀ ਜਾਵੇ। ਆਂਟੀ ਇਨਸਾਫ ਮੰਗਦੇ ਹੋ? ਹਾਂਜੀ, ਸਾਨੂੰ ਇਨਸਾਫ ਜ਼ਰੂਰ ਦਿੱਤਾ ਜਾਵੇ। ਹਾਲਾਂਕਿ ਅਸੀਂ 15 ਪ੍ਰੂਫ ਦਿੰਨੇ ਆ ਪੁਲਿਸ ਨੂੰ, ਫਿਰ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਫਿਰ ਤਾਂ ਸਾਡੇ ਨਾਲ ਧੱਕਾ ਏ ਪੁੱਤਰ। ਸਾਨੂੰ ਪ੍ਰੂਫ ਦੇਣ ਦੇ ਬਾਵਜੂਦ, ਸਭ ਕੁਝ ਦਿਖਾਉਣ ਦੇ ਬਾਵਜੂਦ, ਸਾਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਆ, ਸਾਡੇ ਪੁੱਤਰ ਦੇ ਸਾਹ ਕਿੱਦਾਂ ਗਏ ਸਾਨੂੰ ਪਤਾ ਲੱਗਣਾ ਚਾਹੀਦਾ। ਅਸੀਂ ਬਹੁਤ ਔਖੇ ਹਾਂ, ਬਹੁਤ ਔਖੇ ਹਾਂ।
ਤੁਹਾਡੀ ਆਖਰੀ ਗੱਲ ਕਦੋਂ ਹੋਈ ਸੀ? ਦੁਸ਼ਹਿਰੇ ਵਾਲੇ ਦਿਨ ਬ੍ਰਦਰ ਸ਼ਾਮ 7:30 ਦੇ ਵਿੱਚ ਕੀ ਗੱਲਬਾਤ ਹੋਈ ਸੀ? ਅਸੀਂ ਪਕੌੜੇ ਬਣਾਉਂਦੇ ਸੀ, ਉਹਨੂੰ ਮੈਂ ਕਾਲ ਕਰੀ ਸੀ ਵੀ ਵੀਰੇ ਆ ਜਾ, ਅਸੀਂ ਸਾਰੇ ਬੈਠੇ ਆ। ਉਹ ਕਹਿੰਦਾ ਵੀ ਨਹੀਂ ਹੁਣ ਤਾਂ ਨਹੀਂ ਮੈਂ ਆਉਂਦਾ, ਮੈਂ ਦੀਵਾਲੀ ਨੂੰ ਆਉਂਗਾ, ਵੀ ਕੋਈ ਗੱਲ ਨਹੀਂ, ਦੁਸ਼ਹਿਰਾ ਕੋਈ ਖਾਸ ਨਹੀਂ। ਉਹ ਲਾਸਟ ਗੱਲ ਸੀ? ਹਾਂਜੀ। ਮੈਂ ਕਿਹਾ ਵੀ ਬ੍ਰਦਰ ਮੈਂ ਪਕੌੜੇ ਬਣਾਉਣੀ ਆ ਜਾ, ਵੀ ਬਾਕੀ ਸਾਰੀ ਫੈਮਿਲੀ ਬੈਠੀ ਆ, ਵੀ ਤੇਰਾ ਹੋਆ। ਮੈਨੂੰ ਉਹ ਹੱਸਣ ਲੱਗ ਗਿਆ, ਕਹਿੰਦਾ ਵੀ ਤੂੰ ਆਪਣੀ ਸਿਹਤ ਵੱਲ ਦੇਖਿਆ ਕਰ, ਵੀ ਤੂੰ ਰਹਿਣ ਦੇ ਇਹਨਾਂ ਚੀਜ਼ਾਂ ਨੂੰ। ਪਰ ਉਹ ਬੜੇ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ ਸੀ, ਹੱਸ ਕੇ ਗੱਲ ਕਰ ਰਿਹਾ ਸੀ। ਉਹ ਹਰ ਗੱਲ ਮੇਰੇ ਨਾਲ ਸ਼ੇਅਰ ਕਰਦਾ ਸੀ। ਜੇ ਕੋਈ ਵੀ ਇਦਾਂ ਦੀ ਕੋਈ ਗੱਲਬਾਤ ਹੁੰਦੀ ਉਹ ਜ਼ਰੂਰ ਮੈਨੂੰ ਦੱਸਦਾ, ਪਰ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ। ਕੋਈ ਡਰਗ ਵਾਲਾ ਜਾਂ ਕੋਈ ਵੀ ਇਦਾਂ ਦਾ ਚੱਕਰ ਨਹੀਂ ਸੀ। ਤੁਸੀਂ ਉਹਨਾਂ ਦੀ ਫੋਟੋਆਂ ਦੇਖ ਲਓ, ਤੁਹਾਨੂੰ ਇਦਾਂ ਦਾ ਲੱਗਦਾ ਉਹ ਕੋਈ ਦੋਸਤ ਨਾਲ ਲੜਾਈ ਝਗੜਾ ਜਾਂ ਕੋਈ ਨਹੀਂ। ਉਹ ਕਹਿੰਦਾ ਹੁੰਦਾ ਸੀ ਵੀ ਲੜਾਈ 'ਚ ਕੁਛ ਨਹੀਂ ਰੱਖਿਆ, ਬਿਲਕੁਲ ਨਹੀਂ ਇਹਨਾਂ ਚੀਜ਼ਾਂ 'ਚ ਸੀ ਉਹ। ਸਰ ਮੇਰਾ ਪੁਲਿਸ ਨੂੰ ਕੁਐਸਚਨ ਆ, 9 ਵਜੇ ਸਵੇਰ ਦੇ ਮੇਰੇ ਬ੍ਰਦਰ ਦੀ ਡੈੱਡ ਬੋਡੀ ਉਹਨਾਂ ਨੇ ਮੋਰਚਰ 'ਚ ਲਾ ਲਈ। ਮੇਰੇ ਕੋਲ ਪ੍ਰੂਫ ਆ ਜਿਹੜੀ ਉਹਨਾਂ ਨੇ ਸਾਨੂੰ ਮੈਡੀਕਲ ਰਿਪੋਰਟ ਦਿੱਤੀ ਆ। ਠੀਕ ਆ। 2 ਵਜੇ ਜਾਣੀ ਕਿ ਉਹਨਾਂ ਨੇ ਉਹ ਕਰਿਆ, 6 ਵਜੇ ਉਹਨਾਂ ਨੂੰ ਪਤਾ ਲੱਗ ਗਿਆ ਸੀ। ਆਹ ਦੇਖੋ 6:30 ਤੇ। ਠੀਕ ਜੀ। ਸਾਜਰੇ ਮਾਰਨਿੰਗ ਆ, ਸਵੇਰੇ 6:30 ਤੇ ਮਤਲਬ ਉਹਨਾਂ ਨੂੰ ਬਾਡੀ ਮਿਲੀ। ਹਾਂਜੀ। ਤੇ 9 ਵਜੇ ਉਹਨਾਂ ਨੇ ਮੋਰਚਰੀ ਚ ਲਾਤੀ। ਹਾਂਜੀ। ਸਾਨੂੰ ਪੁਲਿਸ ਦੀ ਤਾਂ ਕਾਲ ਆਉਂਦੀ ਨਹੀਂ। ਪਹਿਲੀ ਗੱਲ, ਲੁਧਿਆਣੇ ਤੋਂ ਸਾਡੇ ਪਿੰਡ ਸਿਰਫ ਅੱਧਾ ਘੰਟਾ ਲੱਗਦਾ, ਜਦ ਕਿ ਪੁਲਿਸ ਨੂੰ ਡੈੱਡ ਬੋਡੀ ਮਿਲ ਗਈ ਸੀ, ਪਤਾ ਲੱਗ ਗਿਆ ਸੀ। ਸਾਡੇ ਪਿੰਡ ਆ ਕੇ ਉਹ ਲਿਜਾ ਸਕਦੇ ਸੀ। ਦੂਜੀ ਗੱਲ, ਉਹ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਸੀ ਪੁਲਿਸ ਦੇ ਹੱਥ ਵਿੱਚ। ਬਸ ਇਹ ਸਭ ਕੁਝ ਹੈਗਾ। ਤੀਜੀ ਗੱਲ, ਸਾਨੂੰ ਪੁਲਿਸ ਨੇ ਤਾਂ ਕਾਲ ਹੀ ਨਹੀਂ ਕਰੀ। 2:17 ਤੇ ਨਾਲ ਦੇ ਮੁੰਡਿਆਂ ਦੀ ਕਾਲ ਆਈ ਆ। ਕੀ ਗੱਲ, ਇੱਕ ਮਰਡਰ ਹੋਇਆ ਹੋਵੇ ਸਾਡੇ ਮੁੰਡੇ ਦਾ, ਸਾਥੋਂ ਬਿਨਾਂ ਡੈੱਡ ਬੋਡੀ ਚੱਕੀ ਗਈ, ਮੋਰਚਰ 'ਚ ਲਾਈ ਗਈ। ਉਦੋਂ ਮੁੜ ਕੇ ਸਾਨੂੰ ਪੁਲਿਸ ਨੇ ਕਾਲ ਹੀ ਨਹੀਂ ਕਰੀ। ਪੁਲਿਸ ਦਾ ਕੋਈ ਫਰਜ਼ ਨਹੀਂ। ਉਹ ਕਹਿ ਰਹੇ ਆ ਅਸੀਂ ਇਨਵੈਸਟੀਗੇਸ਼ਨ ਕਰਨ ਲੱਗੇ ਸੀ। ਅਸੀਂ ਤਾਂ ਮੰਨਦੇ ਨਹੀਂ। ਸਾਡੇ ਬੇਟੇ ਦੀ ਸਾਡੇ ਤੋਂ ਬਿਨਾਂ ਉਹਨਾਂ ਨੇ ਡੈੱਡ ਬੋਡੀ ਕਿਉਂ ਚੱਕੀ, ਮੋਰਚਰ 'ਚ ਕਿਉਂ ਲਾਈ? ਜਦੋਂ ਅਸੀਂ ਵਾਰਸ ਸੀ, ਉਹ ਕਿਹੜਾ ਲਵਾਰਸ ਲਾਸ਼ ਸੀਗੀ? ਸਾਨੂੰ ਪੁਲਿਸ ਨੇ ਕਾਲ ਹੀ ਨਹੀਂ ਕਰੀ। ਪੁਲਿਸ ਦਾ ਫਰਜ਼ ਨਹੀਂ ਸੀ। ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਇਨਸਾਫ ਦੀ ਭਾਲ 'ਚ ਹੈ, ਪਰ ਹਾਲੇ ਤੱਕ FIR ਤੱਕ ਦਰਜ ਨਹੀਂ ਹੋਈ। ਘਟਨਾ ਨੂੰ ਪੂਰੇ 10 ਮਹੀਨੇ ਦੇ ਕਰੀਬ ਗੁਜ਼ਰ ਚੁੱਕੇ ਨੇ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਜਗਰਾਉਂ।